ਤੁਸੀਂ ਦੇਖ ਰਹੇ ਹੋ ਪੰਜਾਬ ਨਾਓ ਟੀਵੀ। ਮਹਿਰਮ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਨਵਾਂਸ਼ਾਲਾ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਮੰਡਲ ਵਿੱਚ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਸੋਹਲ, ਜ਼ਿਲ੍ਹਾ ਭਾਸ਼ਾ ਅਫਸਰ ਪਰਮਜੀਤ ਸਿੰਘ ਕਲਸੀ, ਸੁਲੱਖਣ ਸਰਹੱਦੀ, ਸ਼ੀਤਲ ਗੁਣੇਪੁਰੀ, ਗੁਰਮੀਤ ਸਿੰਘ ਬਾਜਵਾ, ਤਰਸੇਮ ਸਿੰਘ ਪੰਗੂ, ਵਾਰਸ ਸਲਾਮਤ, JP ਸਿੰਘ ਖਰਲਾਵਾਲਾ ਵੱਲੋਂ ਪ੍ਰਧਾਨਗੀ ਕੀਤੀ ਗਈ। ਮਹੇਸ਼ ਚੰਦਰ ਭਾਨੀ ਦਾ ਲਿਖਿਆ ਗੀਤ ਤੀ ਬਾਬਲਾ ਰਿਲੀਜ਼ ਕੀਤਾ ਗਿਆ, ਜਿਸ ਨੂੰ ਆਵਾਜ਼ ਦਿੱਤੀ ਬੂਟਾ ਪਰਦੇਸੀ ਨੇ। ਇਸ ਮੌਕੇ ਬੂਟਾ ਪਰਦੇਸੀ ਆਪਣੀ ਆਵਾਜ਼ ਵਿੱਚ ਇਹ ਗੀਤ ਗਾ ਕੇ ਵੀ ਸੁਣਾਇਆ। ਇਸ ਮੌਕੇ ਉਹਨਾਂ ਦੇ ਪੋਸਟਰ ਨਾਲ ਗੀਤ ਨੂੰ ਰਿਲੀਜ਼ ਕੀਤਾ ਗਿਆ। ਕਵੀ ਦਰਬਾਰ ਦਾ ਆਗਾਜ਼ ਮੰਨਾ ਮੀਲਨਾ ਗੀਤ ਨਾਲ ਹੋਇਆ। ਸਾਬ ਦਾਦੂਪੁਰੀਆ ਨੇ ਤਰਮਨ ਵਿੱਚ ਆਪਣੀ ਰਚਨਾ ਸੁਣਾ ਕੇ ਵਾਹ ਖੱਟੀ ਅਤੇ ਮੈਡਮ ਹਰਪ੍ਰੀਤ ਦੀ ਗਜ਼ਲ ਵੀ ਬਹੁਤ ਪਸੰਦ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਬਾਜਵਾ ਵੱਲੋਂ ਖੂਬ ਰੰਗ ਬੰਨਿਆ ਗਿਆ। JP ਸਿੰਘ ਖਰਲਾਵਾਲਾ ਨੇ ਆਪਣੀ ਨਵੇਕਲੀ ਅੰਦਾਜ਼ ਵਿੱਚ ਆਪਣੀ ਰਚਨਾ ਦੀ ਪੇਸ਼ਕਾਰੀ ਕੀਤੀ। ਪੰਜਾਬ ਪੁਲਿਸ ਦੇ ASI ਸੁਭਾਸ਼ ਸੂਫੀ ਨੇ ਗੁਰਮੀਤ ਸਿੰਘ ਬਾਜਵਾ ਦਾ ਲਿਖਿਆ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਤੇ ਕੁਲਜੀਤ ਸਿੰਘ ਨਿਰਗੁਣ, ਤਰਸੇਮ ਤਨਵਰ, ਬਾਬਾ ਬਲਵੀਰ ਸਿੰਘ ਬੀਰਾ, ਸੁਖਦੇਵ ਠੇਕੇਦਾਰ, ਜਗਜੀਤ ਕੰਗ, ਚੰਦਰਦੀਪ, ਰਮੇਸ਼ ਜਾਨੂ, ਜਸਵੰਤ ਰਿਆੜ, ਗੁਰਬਚਨ ਸਿੰਘ ਬਾਜਵਾ, ਮੈਡਮ ਜੈਸਮੀਨ ਮਾਹੀ, ਗੁਰਮੀਤ ਸਿੰਘ ਪਾੜਾ, ਪ੍ਰਤਾਪ ਪਾਰਸ, ਕੁਲਰਾਜ ਖੋਕਰ, ਪ੍ਰੀਤ ਰਾਣਾ, ਸਤੀਸ਼ ਕੁਮਾਰ, ਤਾਨਿਸ਼ ਹੀਰਾ ਅਤੇ ਮਲਕੀਤ ਸੋਹਲ ਨੇ ਉੱਡਵੇ ਕਾਲੇ ਕਾਵਾਂ ਦਾ ਖੂਬ ਰੰਗ ਬੰਨਿਆ। ਮੈਡਮ ਰਾਜਕਮਰਵੰਤ ਨੇ ਆਪਣੀ ਕਵਿਤਾ ਦੀ ਪੇਸ਼ਕਾਰੀ ਪੇਸ਼ ਕੀਤੀ। ਇਸ ਮੌਕੇ ਭਾਸ਼ਾ ਵਿਭਾਗ ਅਫਸਰ ਪਰਮਜੀਤ ਸਿੰਘ ਕਲਸੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਮਲਕੀਤ ਸਿੰਘ ਸੋਹਲ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ, ਕਵੀਆਂ ਦਾ ਧੰਨਵਾਦ ਕੀਤਾ ਅਤੇ ਗੀਤਕਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਕੁੱਲ ਮਿਲਾ ਕੇ ਇਹ ਸਾਹਿਤਕ ਪ੍ਰੋਗਰਾਮ ਬਹੁਤ ਹੀ ਖੂਬ ਰੰਗ ਬੰਨਦਾ ਹੋਇਆ ਨੇਪਰੇ ਚੜਿਆ। मैं अपना एक गीत जो बूटा परदेसी समर्पित है गीत दे लिखा सो सरकार जी ती जमी क्यों सोग पै गया, मथे हाथ क्यों तर के बह गया, मेरा की कसूर बाबला, मेरे आई दे जश्न मना ले दे कानू रेहा झूर बाबला, मेरे आई दे जश्न मना ले दे कानू रेहा। ਅਸੀਂ ਪੜ੍ਹਦੇ ਰਹਿੰਦੇ ਹਾਂ ਦੀਆਂ ਕਹਾਣੀਆਂ ਵੀ ਅਖਬਾਰ ਵਿੱਚ ਵੀ ਛਪਦੀਆਂ ਨੇ, ਸਾਹਿਤ ਉਹਨਾਂ ਨੇ ਬਹੁਤ ਵੱਡੀਆਂ ਕਿਤਾਬਾਂ ਵੀ ਦਿੱਤੀਆਂ ਨੇ। ਤੇ ਮੌਲਾਨਾ ਸਾਹਿਬ ਨਹੀਂ ਆਏ, ਪਤਾ ਨਹੀਂ ਥੋੜਾ ਕਿਉਂ ਨਹੀਂ ਆਏ, ਅਸੀਂ ਮਾਫੀ ਚਾਹੁੰਦੇ ਹਾਂ। ਵੇਟ ਕਰ ਰਹੇ ਸੀ, ਫੋਨ ਬਾਰ ਕੀਤੇ ਸੀ ਉਹਨਾਂ ਨੇ, ਪਰ ਫੋਨ ਉਹਨਾਂ ਨੇ ਉਠਾਇਆ ਨਹੀਂ। ਤੇ ਸਾਰੇ ਸੈੱਟ ਕਰਨ ਦੇ ਸੋ ਅੱਜ ਦੇਸੀ ਕੈਸਟ ਨੂੰ ਜਾ ਕੇ ਵਧਾਈਆਂ ਇਹਨਾਂ ਨੇ ਬਹੁਤ ਚੰਦਰ ਭਾਨੀ ਨੂੰ ਵਧਾਈਆਂ ਜਿਹਨਾਂ ਨੇ ਲਿਖੀਆਂ ਉਹਨਾਂ ਨੇ ਬਹੁਤ ਵਧਾਈਆਂ। ਸੋ ਇਸ ਕਹਿਣ ਤੋਂ ਪਹਿਲਾਂ ਰੱਬ ਨੂੰ ਯਾਦ ਕੀਤਾ ਜਾਵੇ। ਕਿਉਂ ਰੱਬ ਨੂੰ ਭੁੱਲ ਕੇ ਬਹਿ ਗਏ, ਪ੍ਰਧਾਨੀ ਮੰਡਲ ਵਿੱਚ ਬੈਠੇ ਸਾਥੀਆਂ ਦੇ ਦਿਲੋਂ ਆਏ ਸੱਜਣੋਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਾਕੀ ਬੂਟਾ ਪਰਦੇਸੀ ਨੇ ਚੰਦਰ ਭਾਨੀ ਜੀ ਨੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ, ਪਾਤੜਾਂ ਨੂੰ ਚੜ੍ਹਦੀ ਕਲਾ ਦੇ ਰੱਖੇ। ਇਹਨਾਂ ਦੀ ਜਿਹੜੀ ਕੈਸਟ ਹੈ ਧੀ ਦਾ ਦੁੱਖ ਸੁਣ ਕੇ, ਮਾਂ ਬਾਪ ਦਾ ਦੁੱਖ ਸੁਣ ਕੇ ਦਿਲ ਨੂੰ ਟੁੱਟਣ ਵਾਲੀ ਗੱਲ ਹੈ। ਇਸੇ ਤਰ੍ਹਾਂ ਇੱਕ ਧੀ ਦਾ ਦੁੱਖ ਮੈਂ ਵੀ ਲੈ ਕੇ ਆਇਆ, ਪਰ ਉਹਦੇ ਵਿੱਚ ਬਾਪ ਦਾ ਦੁੱਖ ਕੋਈ ਨਹੀਂ, ਉਹ ਅਲੱਗ ਗੱਲ ਹੈ ਧੀ ਦੀ ਬਾਤ। ਧੀਆਂ ਜਮਣਾ ਨਾ ਚਾਉਣ ਤੇਰੇ, ਉਹ ਧੀਆਂ ਜਮਣਾ ਨਾ ਚਾਉਣ। ਧੰਨਵਾਦ।
सन 1699 की आई विसाखी, लिखने नूं एक तैयार हो गई खालसा साखी। कुदरत सी खेडा खेडती ते रंग बिटाया, भागा भरिया वक्त आनंदपुर साहब के आया। लाडला तेग बहादुर दासी गोबिंद राय, साहित्यकार साथियों, प्यार की सत श्री अकाल। बहुत बहुत शुक्रिया जी अपने इस सभा के विच बुलाने लई। दरअसल करांगी और थोड़ा जिहा गुनगुना के देखांगी अगर गुनगुनाया गया तो। बना के साज दरदा नूं जो महफिल विच सुना जाता, बना के साज दरदा बना के साथ दर्दा नूं जो महफिल विच सुना जाता। ये सन मैडम हरप्रीत जी, बड़ी खूबसूरत गज़ल साढ़े नाल साझी की उन्होंने। साढ़े को पहुंचे ने मैडम चंपा जी, कनका जी, दानिश जी, मैडम साहब समारोह ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਾਡੇ ਵਾਸਤੇ, ਸਾਡੀ ਸਭਾ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਬੰਦੇ ਦੀ। ਤੇ ਮੈਨੂੰ ਸੁਣਾ ਆ ਗਿਆ, ਮੈਸੇਜ ਆ ਗਿਆ ਕਿ ਯਾਰ ਚੰਗਾ ਮਤਲਬ ਉਹ ਨਾ ਵਿਚਾਰੇ ਬੁੱਢਾ ਪਰਦੇਸੀ ਨੂੰ ਪਤਾ ਕਿ ਗੀਤ ਕਿਹਦਾ ਲਿਖਿਆ ਹੈ। ਕਿਤੇ ਉਹਨਾਂ ਨੇ ਮੰਗ ਲਿਆ ਉਹਦੇ ਕੁਛ ਪੜ੍ਹੇ ਕੋਈ ਪਰਿਵਾਰਕ ਗੀਤ ਖਾਸਕਰ ਦਾ ਗੀਤ ਹੋਵੇ ਤਾਂ ਗਾ ਦਿਓ। ਇਹਨਾਂ ਕੋਲ ਗੀਤ ਲਿਖਿਆ ਸੀਗਾ, ਮਤਲਬ ਐਸੀ ਪਿਆਰ ਦਾ ਇਹਨਾਂ ਨੇ ਗਾ ਦਿੱਤਾ। ਤੋ ਜਦੋਂ ਮੈਂ ਗੀਤ ਸੁਣਿਆ ਪਹਿਲਾਂ ਤਾਂ ਗੁੱਸਾ ਚੜਿਆ ਕਿ ਪਤਾ ਨਹੀਂ ਆਪਾਂ ਲਿਖਿਆ ਗੀਤ ਤੇ ਕੋਈ ਕਿੱਦਾਂ ਗਾ ਸਕਦਾ ਹੈ। ਤੇ ਫਿਰ ਜਦੋਂ ਸੁਣਿਆ ਕਿ ਗੀਤ ਗਾਇਆ ਬੜਾ ਸੋਹਣਾ ਉਹਨਾਂ ਨੇ, ਮਿਹਨਤ ਕਾਫੀ ਕੀਤੀ ਵੀ ਉੱਥੇ ਬੈਠਾ ਨੂੰ मेरे साहित्यकार गिरोह सबको बहुत बहुत आदर, बहुत बहुत सत्कार। सो आज की अमीर होनी कह सकते हैं, आज जुड़े सारे ही मैंबरों को बहुत बहुत मुबारक। खास तौर पर चंद्रभान साहब जो कि लेखक ने, ये लेखक के शब्दों पर ही सारा कुछ तय होता है। इस करके विशेष तौर पर इन्होंने बधाई है, लिखा इन्होंने नींह इन्होंने रखी है। उसके बाद साढ़े बुढ़ा परदेसी जी जिन्हें गाया, बहुत सोहना गाया, काफ़ी देर बाद मिले हैं, बहुत लुक चेंज हो गई है। मैं तो पहचाने नहीं पैते, काफ़ी देर रहे आप, लेकिन थोड़े मजबूरियां करके आप थोड़ा सा दूर हो गए सी। बहुत बहुत मुबारक थानू। मैं अपनी एक गज़ल बरतानी की बेटा आई हुई साथियों, प्यार की सत श्री अकाल। आज तेरी मैं खाक हो गई, रूह शितारा बुनियाद हो गई। आज तेरी जान बड़ी परेशान, मैं जनाब हो गई। आज तेरी मैं लिपण वास्ते जिसनूं, मैं लिपण वास्ते जिसनूं जफर जाले बड़े ने, मैं लिपण वास्ते जिसनूं जफर जाले बड़े ने, अजे भी उस कच्ची कंध दे विच आले बड़े ने। ये दुलिया तेल छिंदी कंध तू आखी छत दसदी, ये दुलिया तेल छिंदी कंध तू आखी छत दसदी। मैं दीवे लो करन दे वास्ते बाले
ਜਿਨ੍ਹਾਂ ਨੂੰ ਰਾਹ ਦੇ ਵਿੱਚ ਰੁਕ ਕੇ ਮੈਂ ਚਿਰ ਤੋਂ ਉਡੀਕਦਾ ਸਾਂ, ਉਹ ਮੈਨੂੰ ਮਿੱਧ ਕੇ ਅੱਗੇ ਜਾਣ ਨੂੰ ਕਾਹਲੇ ਬੜੇ ਨੇ। ਭੁਲੇਖਾ ਖਾ ਨਾ ਜਾਵੀਂ, ਭੁਲੇਖਾ ਖਾ ਨਾ ਜਾਵੀਂ, ਵੇਖ ਚਿਹਰੇ ਖੂਬਸੂਰਤ। आप बैठे हैं कि तो मेरे लिखना जावे पंजाबी प्रधानगी मंडल बड़ी खुशी हुई कि साडे वीर की गल सुना धी बाला अपनी बात दी है जिथे इस वीर की कर्म की गल आ गई, शक नहीं किया जा सकता, शब्द का पूरा इंसाफ करता है। क्योंकि इन्होंने कई बार एक शब्द जो बहुत भारू होंगे, बड़ा डूंगा होंगे, इसलिए मैं सुनने वाला तो याद हो गया बारे में थोड़ा जो मैं पहली बार मैंने सुनिया समाज साढ़े इलाके का खोली करता रहा। चांदी पूरी चमकती बिगड़े अज इंसाना की, चांदी पूरी चमकती बिगड़े अज इंसाना की, बिगड़ी पूरे जोरां दे डांगां ढकुए करबाना दी, बिगड़ी पूरे जोरां दे डांगां ढकुए करबाना। मेरे एक बहुत पुरानी रचना जो पसंद बहुत करना साथी करना वास्ते प्रधानगी मंडल के प्यारे सरोज अज मंडेर चंद्र पानी ने लिखा कि जरा के उत्तर प्रदेश के समाज में चलाया गया ਉਹਦੇ ਅੱਜ ਦੀ ਸਮਾਰੋਹ ਦੇ ਮੈਂ ਵਿਸ਼ੇ ਤੋਂ ਹਟ ਕੇ ਥੋੜਾ ਜਿਹਾ ਗੱਲ ਕਰਨੀ ਚਾਹਾਂਗਾ। ਸਰਕਾਰੀ ਸੰਪਤੀਆਂ ਨੂੰ ਕਿਵੇਂ ਬਚਾਉਣਾ, ਸਰਕਾਰੀ ਸੰਪਤੀਆਂ ਨੂੰ ਕਿਵੇਂ ਬਚਾਉਣਾ, ਇਸ ਤੇ ਵੀ ਕੋਈ ਬਿਆਨ ਦਿਓ। ਲੇਖੋ ਬੁੱਧੀਜੀਵੀਓ ਕਵੀਓ, ਜਰਾ ਇਸ ਗੱਲ ਕੀਤੀ ਜਾਂਦੀ। ਹਰ ਪਿੰਡ ਸ਼ਹਿਰ ਦੇ ਚੌਂਕਾਂ ਦੇ ਵਿੱਚ, ਹਰ ਪਿੰਡ ਸ਼ਹਿਰ ਦੇ ਚੌਂਕਾਂ ਦੇ ਵਿੱਚ ਲੱਗੇ ਹੁੰਦੇ ਸੀ ਪਿੱਪਲ ਦੇ ਬੋਹੜ। ਸਮੇਂ ਦੇ ਧਨਾੜਾ ਕੱਟ ਵੱਢ ਕੇ ਮੁਕਾਬਲੇ ਪੈਦਾ ਕਰਦੇ ਇਹਨਾਂ ਦੀ ਤੋੜ। ਨਿੰਮ ਪਿੱਪਲ ਦੇ ਬੋਹੜਾਂ ਦਾ ਵੀ ਨਵੀਂ ਪੀੜ੍ਹੀ ਨੂੰ ਗਿਆਨ ਦਿਓ। ਲੇਖੋ ਬੁੱਧੀਜੀਵੀਓ ਕਵੀਓ, ਜਰਾ ਇਸ ਗੱਲ ਵੱਲ ਵੀ ਧਿਆਨ ਦਿਓ। ਸਭਰਾਂ ਟੋਬਿਆਂ ਕੁਦਰਤੀ ਸਰੋਤਾਂ ਦਾ ਸਾਫ਼ ਪੀਣ ਯੋਗ ਹੁੰਦਾ ਸੀ ਜਲ। ਸਭਰਾਂ ਟੋਬਿਆਂ ਕੁਦਰਤੀ ਸਰੋਤਾਂ ਦਾ ਸਾਫ਼ ਪੀਣ ਯੋਗ ਹੁੰਦਾ ਸੀ ਜਲ। ਸੀਵਰੇਜ ਦੇ ਪਾਣੀ ਵਿੱਚ ਮਿਲਾਤੇ ਪੀਣ ਯੋਗ ਨਹੀਂ ਮਿਲਦਾ ਅੱਜ ਕੱਲ੍ਹ। ਆਓ ਟ੍ਰੀਟਮੈਂਟ ਪਲਾਂਟ ਲਗਾਈਏ, ਚੰਗੀ ਸੋਚ ਨੂੰ ਅਪਣਾਈਏ, ਨਾ ਪਾਣੀ ਗੰਦਾ ਵਿੱਚ ਪਾਣ ਦਿਓ। ਲੇਖ ਬੁੱਧੀਜੀਵੀਓ ਕਵੀਓ, ਜਰਾ ਇਸ ਗੱਲ ਵੱਲ ਵੀ ਧਿਆਨ ਦਿਓ। ਨਹਿਰਾਂ ਸੂਏ ਕੱਸੀਆਂ ਪਿੰਡਾਂ ਸ਼ਹਿਰਾਂ ਨੂੰ ਜਾਂਦੇ ਰਸਤੇ ਅਤੇ ਬਰਸਾਤੀ ਸਾਰੇ ਕਾਰਜੋਗ ਸਹਿਤਵਾਨ ਸਹਿਮਾਨ ਅਤੇ ਮਾਨਵ ਪਾਸਾਂ ਸਰਕਾਰ ਦੇ ਆਪਣੇ ਸਰੂਪ ਦੇ ਕਵੀ ਸਾਰੇ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੂਸਰਾ ਕਿ ਇੱਕ ਰਚਨਾਕਾਰ ਮੇਰ ਚੰਦਰਪਾਲ ਜੀ ਤੇ ਉਹਨਾਂ ਨੂੰ ਆਪਣੀ ਮਿੱਟੀ ਸਰੀਰ ਦੇ ਵਾਸਤੇ ਬੜੇ ਮੁੱਦਾ ਹੁੰਦੇ ਸੀ। ਮੈਨੂੰ ਬਹੁਤ ਮੇਰੇ ਨਮਸਕਾਰ ਬਹੁਤ ਮੁਬਾਰਕਾਂ। ਪਰਮਾਤਮਾ ਚੰਗੀ ਕਲਾ ਚ ਰੱਖੇ। ਧੀਆਂ ਦੇ ਨਾਲ ਹੀ ਬਹੁਤ ਕਹਿੰਦੇ ਸਾਰਾ ਸੰਸਾਰ ਚੱਲਦਾ ਹੈ ਤੇ ਬਾਬੇ ਨਾਨਕ ਨੇ ਵੀ ਅਸੀਂ ਸੁਖਮਤਾ ਦੀ ਜਿਵੇਂ ਨਾਮ ਹਰ ਬੇਟੀ ਘਰ ਤੋਂ ਕਰਜ਼ ਦੀ ਨਾ ਜਿਹੜਾ ਧੀ ਦਾ ਜਾਂਦਾ ਬਾਹਰ ਜਾ ਕੇ ਮਾਂ ਕੋਈ ਬਦਲ ਜਾਂਦੇ ਇਸ ਦਾ ਪ੍ਰੋਗਰਾਮ ਹੈ ਕਰਾਂਗੇ। ਡਾਕਟਰ ਦੇਸੀ ਜੀ ਨੂੰ ਅੰਗਰੇਜ਼ੀ ਰਿਵਾਇਤ ਬਹੁਤ ਬਹੁਤ ਵਧਾਈ। ਮੈਂ ਤੁਹਾਡਾ ਥੋੜਾ ਜਿਹਾ ਟੇਸਟ ਚੇਂਜ ਕਰਨਾ ਵਾ ਕਿਉਂਕਿ ਕਵੀਆਂ ਦੀ ਮਹਿਫਲ ਹੈ। ਮੈਂ ਚਲੋ ਕੋਨਾ ਕੋਲ ਮਿੱਠਾ ਪਾ ਲਾ ਕਿਤੇ ਜ਼ਿਆਦਾ ਸ਼ੂਗਰ ਨਾ ਹੋ ਜਾਵੇ, ਇਸ ਕਰਕੇ ਥੋੜਾ ਜਿਹਾ ਚੇਂਜ ਕਰ ਲੱਗਾ ਮੈਂ। ਤੇ ਮੇਰਾ ਇੱਕ ਨਵਾਂ ਆਰਟੀਕਲ ਮੈਂ ਲਿਖਿਆ, ਉਹਦਾ ਕੁਐਸਚਨ ਅੱਛਾ ਨਵਾਂ ਨਹੀਂ ਸੁਣਾਵਾਂ, ਘੱਟ ਰਿਓ ਨਾ, ਛੋਟਾ ਜਿਹਾ ਹੀ ਆ, ਥੋੜਾ ਜਿਹਾ ਹਿੱਸਾ ਹੋਗਾ ਨਾ, ਮੈਂ ਬਹੁਤ ਵੱਡਾ ਇਸ ਆਰਟੀਕਲ ਦਾ ਨਾਮ ਲਿਖਦਾ ਫੇਸਬੁੱਕ ਕੀ ਨਹੀਂ ਹੁੰਦਾ। ਅੱਜ ਕੱਲ੍ਹ ਫੇਸਬੁੱਕ ਦਾ ਬਹੁਤ ਜ਼ਿਆਦਾ ਟ੍ਰੈਂਡ ਆ, ਅੰਗੂਠੇ ਦਾ ਹੱਥ ਜੋੜਨ ਦਾ,
ਕੁਰਬਾਨ ਕੀ ਧੀਆਂ ਨੂੰ ਦਿੰਦੇ ਨੇ ਪਾਲੋ ਅੱਜ ਕਰਦੇ ਨਾ ਕੁਰਬਾਨ ਕੀ ਧੀਆਂ ਨੂੰ ਦਿੰਦੇ ਨੇ ਪਾਲੋ ਇੱਕ ਦਿਨ ਐਸਾ ਆਇਆ ਅੱਖੀਆਂ ਤੋਂ ਬਰਸੋਗੇ ਧੀਆਂ ਨੂੰ ਮਾਰਨ ਵਾਲਿਓ ਮੂੰਹਾਂ ਨੂੰ ਤਰਸੋਗੇ ਧੀਆਂ ਨੂੰ ਮਾਰਨ क्योंकि वक्त भी काफ़ी है जिमें भी साढ़े देसी चाहते हैं कि सही टाइम पर जरा समाप्ति हो जाए तो भी बाल बड़ा बड़ी मुबारक मेरी चतुर्भुज जी के गुरु परदेसी जी ते नाल ही मुबारक महरम साहब सेवा ते सारे अहुदेदार दो दिन गोड़िया करा लगे बहुत बाकी गला ला दी उस समय की सीमा में ध्यान दिया पता नहीं सी पहला मैनू इदा भी किते हो सकता है पत्थर वाली अख का डेरा अंदरों अंदर हो सकता है पता नहीं सी पहला मैनू इदा भी किते हो सकता है पत्थर वाली अख का डेरा अंदरों अंदर ही रो सकता है वो कच्ची छत ना चोंदी वेखी कच्ची छत ना चोंदी वेखी लेकर भी इत्थे चो सकता है। और अपना नौजवानों को बहुत एक बड़ा मैसेज है और गीत भी वही होना चाहिए जिस गीत में कोई मैसेज हो। सो मैं उम्मीद करांगा कि नशा खिलाफ गीत जड़ा सोल साहब जी का लिखा होया ये आप सबको चंगा लगेगा। जागो ए पंजाबिया जागो ए पंजाबिया पंजाब नू संभालो नशिया ने तेरा अज कितना बुरा हाल है ओ नशिया ने तेरा अज कितना बुरा हाल है जाग वे पंजाबिया। मरिया साथ तो नहीं जानता कि किस मुहार सुनाई गई मतलब बहुत बंदा की थी जिहदे नाल मतलब भी पता होंदा। सो थोड़ा जिहा हाल बदलते रहे मैं अज सवेरे कविता लिखी हाजरी होनी है सिर्फ उहदे नाल कविता है वादे निभावांगे परमजीत सिंह जी भाषा जी यह है वादे निभावांगे आपां भी श्रीमान जी कभी दरबार च जावांगे आपां भी श्रीमान जी कभी दरबार च जावांगे सुनांगे कवियां नू अपनी कविता सुनावांगे आपां भी श्रीमान जी कभी दरबार च जावांगे पी के पानी धानी फिर बात है पानी प्यासे कां दी कहानी हो चुकी जो पुरानी जिथे चाह उत्थे राह अज दे बंदे नू मिलदा मिगे भा अज दा सियाणा कां। साहित्य सभा जो करवाए जा रहे हैं बाबला गीत लीन के कवि दरबार समाज के बहुत ही सत्कारयोग साढ़े उस्ताद ने जो सरदार सरहदी जी प्रधान जी मदद इस सभा के प्रधान रंजीत सिंह सोल जी साढ़े साबका साइंस सुपरवाइजर गुरदासपुर सरदार भगत सिंह जी बैठे ने और सारी नामवर हस्तियां इस समारोह
शामिल है। पहला तो बताई देना है कि एक अच्छा गीत जो समाज को दिशा देता है दी बाला महेश दरबानी की ओर देखा गया और बूटा बड़ी सिंह को पाया गया। बधाई है, मुबारक। एक समाज को दिशा करती है, समाज का सुधार होता है, समस्या किहड़ियां सारे लोगों के आउंदियां ने। बाइबल साहब अक्सर मैं सलाह करता होता है कि साहित्य सभावां दे विच गिणती भावें थोड़ी होवे क्योंकि विद्वानां दी गिणती ते जिहड़े समाज को दिशा देण वाले राह सिरे हुंदे ने वो गिणती दे हुंदे ने, भीड़ां दे विच नहीं हुंदे। सो तुसीं शामल जे उस विच उस समाज को सुधारन दे विच एक दिशा देण दे विच जिहड़ी कि इस जिहड़ा होए सरवण साह जी ने अपनी रचना पेश की और भी गल की है कि आग बुझाउण वालियां दे विच साडा योगदान जिहड़ा रहेगा। गुरु नानक साहब जो उपदेश दिंदे सी जां अपनी रचना लिखी है उन्हां ने स्टेज दे बैठे ਅਤੇ ਲੋਕਾਂ ਤੋਂ ਆਇਆ ਤੁਹਾਨੂੰ ਸੁਣਾਵਾਂ। ਅਸੀਂ ਆਪਣੀਆਂ ਕੀਮਤੀ ਦਿਹਾੜੀਆਂ ਪੂਰੀ ਬਣ ਰਹੀ ਆ, ਬਣ ਰਹੀ ਆ, ਛੱਡ ਕੇ ਇੱਥੇ ਆਏ ਹੋ। ਪਰ ਕੋਈ ਦੇ ਸਾਡੇ ਦਿਮਾਗ ਦੇ ਵਿੱਚ ਕੀੜਾ ਹੈ, ਕੋਈ ਦੇ ਸਾਡੇ ਦਿਮਾਗ ਦੇ ਵਿੱਚ ਕਲਪਨੀ ਹੈ, ਜਿਹੜੇ ਇੱਥੇ ਸਾਰੀ ਦਿਹਾੜੀ ਦੂਰੋਂ ਇੱਥੇ ਆ ਕੇ ਇੱਕ ਦੂਜੇ ਨੂੰ ਗੱਲ ਸੁਣਾਉਂਦੇ ਆ। ਜਿਵੇਂ ਸਲਾਮ ਨੇ ਕੀਤੀ ਨਹੀਂ ਕਰਨਾ ਉਸੇ ਦਾ ਜਿਗਰ ਉਸੇ ਦਾ ਬਣਾ ਉਹ ਸਰੀਰ ਦਾ ਹੀ ਜਿਹਨੇ ਸਮਝ ਨਾਲ ਪਾਸ ਕਰਿਆ ਸੀ ਅੱਗ ਦੇ ਉੱਤੇ ਉਹਨੇ ਵੀ ਅੱਗ ਬੁਝਾਈ ਸੀ। ਅਸੀਂ ਅੱਗ ਬੁਝਾ ਰਹੇ ਹਾਂ ਆਪਣੀ ਆਪਣੀ ਤਰੀਕੇ ਨਾਲ ਅੱਗ ਬੁਝਾ ਰਹੇ ਹਾਂ। ਕੋਈ ਗੀਤ ਗਾ ਕੇ ਬੁਝਾ ਰਿਹਾ, ਕੋਈ ਗਜ਼ਲ ਗਾ ਕੇ ਸੁਣਾ ਕੇ ਬੁਝਾ ਰਿਹਾ। ਅਸੀਂ ਉਸ ਜ਼ਮਾਨੇ ਦੇ ਵਿੱਚ ਜਿੱਥੇ ਬਹੁਤ ਵੱਧ ਹੋਣਾ ਇੱਕ ਹੋ ਰਿਹਾ ਰਾਜਨੀਤੀਵਾਨ ਆਰਥਿਕ ਲੋਕ ਦਿੱਲੀ ਵਾਲੇ, ਉੱਥੇ ਅਸੀਂ ਚੰਗੇ ਪੌਦੇ ਉਗਾ ਕੇ ਫੁੱਲ ਉਗਾ ਕੇ ਉਸ ਹਵਾ ਨੂੰ ਮਹਿਕਦੀ ਰੱਖਦੇ ਹਾਂ, ਉਸ ਹਵਾ ਨੂੰ ਉਸ ਜ਼ਿੰਦਗੀ ਨੂੰ ਚੰਗਾ ਬਣਾ ਕੇ ਰੱਖਦੇ ਹਾਂ। ਮਤ ਸੋਚੋ ਕਿ ਤੁਸੀਂ ਥੋੜ੍ਹੇ ਅੱਗੇ ਵੀ ਭਾਸ਼ਾ ਸਾਹਿਬ ਨੇ ਗੱਲ ਕੀਤੀ ਸੀ, ਉਹਦਾ ਸੋਨਾ ਥੋੜ੍ਹੀ ਪਾਤਰਾ ਸੀ, ਹੁੰਦਾ ਸੋਨਾ ਟਰੰਕਾਂ 'ਚ ਰੱਖਿਆ ਜਾਂਦਾ, ਸੋਨਾ ਚੌਲਾ 'ਚ ਲੋਕੀ ਲਗਾਉਣਾ ਤੇ ਨਹੀਂ ਚੋਰੀ ਨਾ ਸਰਦਾਰ ਮਲਕੀਤ ਸਿੰਘ ਸੁਖਲ ਜੀ ਤੇ ਉਹਨਾਂ ਦੇ ਸਮੂਹ ਮੈਂਬਰ ਸਾਹਿਬਾਨ, ਨਾਲ ਹੀ ਉੱਤਰ ਪ੍ਰਦੇਸ਼ੀ ਜੀ ਜਿਨ੍ਹਾਂ ਦਾ ਟੀ ਬਾਵਲਾ ਗੀਤ ਜਿਹਨਾਂ ਦੀ ਅੱਜ ਉਹਨਾਂ ਨੇ ਰਿਲੀਜ਼ ਕੀਤਾ। ਮੈਨੂੰ ਲੱਗਦਾ ਕਿ ਇਹਨਾਂ ਨੇ ਬਹੁਤ ਹੀ ਰੂਹ ਤੋਂ ਗੀਤ ਜਿਹੜਾ ਗਾਇਆ, ਸੱਭਿਅਕ ਗੀਤ, ਸਮੇਂ ਦੀ ਲੋੜ ਨੂੰ ਸਮਝਦੇ ਹੋਇਆਂ ਇਹ ਗੀਤ ਜਿਹੜਾ ਲੇਖਕ ਉਹ ਵੀ ਮਾਲਵਾ ਦਿੰਦੀ ਆ ਲੇਖਕ ਨੇ ਜਿਨ੍ਹਾਂ ਨੇ ਇਸ ਗੀਤ ਨੂੰ ਲਿਖਿਆ ਤੇ ਜਿਨ੍ਹਾਂ ਨੇ ਗਾਇਆ। ਇੱਕ ਇੱਕ ਸ਼ਬਦ ਜਿਹੜਾ ਵਾ ਰੂਹ ਨੂੰ ਅੰਦਰ ਤੱਕ ਜਿਹੜਾ ਹਲੂਣਾ ਦਿੰਦਾ। ਬੇਸ਼ੱਕ ਉਹ ਧੀ ਆ ਪੁੱਤ ਆ, ਮੇਰੇ ਖਿਆਲ ਨਾਲ ਪਰਮਾਤਮਾ ਨੇ ਤੇ ਦੋਨਾਂ ਨੂੰ ਸਾਨੂੰ ਬਰਾਬਰ ਹੀ ਇਸ ਸੰਸਾਰ ਦੇ ਉੱਤੇ ਭੇਜਿਆ। ਵਿਤਕਰਾ ਅਸੀਂ ਕਰ ਰਹੇ ਹਾਂ, ਕਿਉਂ ਹੋ ਰਿਹਾ? ਜੇ ਅਸੀਂ ਸਟੇਜ ਉੱਪਰ ਗੱਲ ਕਰਦੇ ਹਾਂ ਤਾਂ ਅਸੀਂ ਕਿਸ ਤਰੀਕੇ ਨਾਲ ਕਰਦੇ ਹਾਂ, ਤੇ ਜਦੋਂ ਅਸੀਂ ਸਮਾਜ ਕੀ ਆ, ਸਮਾਜ ਵੀ ਅਸੀਂ ਹਾਂ, ਅਸੀਂ ਖੁਦ ਹੀ ਹਾਂ। ਤੇ ਜੇ ਵਾਕਿਆ ਹੀ ਧੀਆਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਸਮਾਜ ਵਿੱਚ ਮਿਲੇ, ਮੈਨੂੰ ਲੱਗਦਾ ਕਿ ਸਾਡਾ ਸਮਾਜ ਜਿਹੜਾ ਵਾ ਇੱਕ ਜਿਹਦੀ ਅਸੀਂ ਗੱਲ ਕਰਦੇ ਹਾਂ ਹਰ ਬੜੀ ਸੁਣੀ ਇਤਿਹਾਸ ਵਿੱਚ ਲੋਕਾਂ ਜੋ ਦਿੱਲੀ ਬੜੀ ਸੁਣੀ ਇਤਿਹਾਸ ਵਿੱਚ ਲੋਕਾਂ ਜੋ ਦਿੱਲੀ ਹੁਣ ਤਾਂ ਦਿੱਲੀ ਲੱਗਦੀ ਜੋ ਬਿਜਲੀ, ਹੁਣ ਤਾਂ ਦਿੱਲੀ ਲੱਗਦੀ ਜੋ ਬਿਜੀ ਬਿੱਲੀ, ਦਿਲ ਦਿੱਲੀ ਦਾ ਬਿੱਲੀ ਵਾਂਗ ਡਰਦਾ ਰਹਿੰਦਾ। ਹੁਣ ਦਿਲ ਦਿੱਲੀ ਦਾ ਬਿੱਲੀ ਵਾਂਗ ਡਰਦਾ ਰਹਿੰਦਾ।
तो हिली कभी साहब, क्योंकि दिल्ली कई बार पैरा तो हिली दिल्ली दिल्ली तो लोका होते नहीं दिल्ली तो लोका होते कितने क्या 10 दिल्ली तो लोका होते कितने क्या कमाए कौन बिनो जाती कौन खाती गिल्ली कौन बिनो जाती कौन खाती गिल्ली क्योंकि दिल्ली की वाला राजी आँख बलौरी दिल्ली तेरी आँख बलौरी दिल्ली दिल्ली तो ले तेरी आँख बलौरी दिल्ली और दिल तो ले गई और सफेद तकियां आए पौना सिली और हवा तकियां आए पौना सिली क्योंकि दिल्ली की बात कर सादी तमाला पाइया जगते कई कीते नखरे तमाला पाइया जगते कई कीते नखरे और यार तेरी दिलिये तेरे डोंदे जी और यार तेरी दिलिये डोंदे ने खिल्ली तखत दजीदा रह गया हम वोटा ही होगा तखत दजीदा रह गया हम वोटा जोगा ते कुर्सी होंदी जाती दिल्ली दी ढिल्ली कुर्सी होंदी जाती दिल्ली दी ढिल्ली ते सिद्धा जी दिल्ली दे राजा ते ताज ते कलगी दिल्ली दे राजा ते ताज ते कलगी और बिना ताज तो नंगी ये गैरत दिल्ली और बिना ताज तो नंगी फिरदी ये गैरत दिल्ली पहला नहीं सी मंगता कोई राजा होता पहला नहीं सी मंगता कोई राजा होता और सोच दिल्ली नहीं हो गई कच्ची बिल्ली सोच दिल्ली नहीं होगी और कच्ची बिल्ली सोल कितना बारी खेत सोल कितना बारी खल शेरा वाले सोल कितना बारी खल शेरा वाली जब कुत्ते बिल्ली फड़के खल पूरी शिली जब कुत्ते बिल्ली फड़के खल पूरी शिली और यार तेरे दिल्ली यार तेरे सोहर कितना पाले खल शेरा वाले सोहर कितना पाले खल शेरा वाले जब कुत्तियां बिल्ली फड़ के खल पूरी शिल्ली